नमस्कार, खबरां दे इस बुलेटिन च तुहाडा स्वागत। मैं रजनी। पहला पेश ने चोनवीआं खबरां। भारत ते नेपाल विचाले ਵੱਖ-ਵੱਖ ਖੇਤਰਾਂ ਵਿੱਚ 7 ਸਮਝੌਤਿਆਂ ਤੇ ਦਸਤਖਤ। ਕੇਂਦਰੀ ਮਕਾਨ ਉਸਾਰੀ ਤੇ ਸ਼ਹਿਰੀ ਕਾਰਜਾਂ ਬਾਰੇ ਮੰਤਰੀ ਹਰਦੀਪ ਸਿੰਘ ਪੁਰੀ ਵੱਲੋਂ PM ਸਵੈਨਿਧੀ ਮੋਬਾਈਲ ਐਪ ਦੀ ਸ਼ੁਰੂਆਤ। केंद्रीय मंत्री डॉक्टर मनसुख मांडविया ने केंद्र सरकार ਦੀਆਂ ਪ੍ਰਾਪਤੀਆਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੀ ਕੀਤੀ ਸ਼ਲਾਘਾ। पंजाब ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੀ ਪ੍ਰਧਾਨਗੀ ਹੇਠ ਪੰਜਾਬ ਯੂਨੀਵਰਸਿਟੀ ਦੀ ਗ੍ਰਾਂਟ ਸੰਬੰਧੀ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਵਿਚਾਲੇ ਹੋਈ ਮੀਟਿੰਗ। ਹੁਣ ਖਬਰਾਂ ਵਿਸਥਾਰ ਨਾਲ। ਭਾਰਤ ਅਤੇ ਨੇਪਾਲ ਵਿਚਕਾਰ ਕਈ ਅਹਿਮ ਫੈਸਲੇ ਹੋਏ ਨੇ। ਦੋਹਾਂ ਦੇਸ਼ਾਂ ਦੇ ਸੰਬੰਧਾਂ ਵਿੱਚ ਨਵੀਂ ਸ਼ਕਤੀ ਦੇਖਣ ਨੂੰ ਮਿਲੀ। ਨੇਪਾਲ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ ਪ੍ਰਚੰਡ ਭਾਰਤ ਦੀ ਯਾਤਰਾ ਤੇ ਆਏ ਹੋਏ ਨੇ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਗੱਲਬਾਤ ਕੀਤੀ। ਇਸ ਮੌਕੇ ਦੋਹਾਂ ਦੇਸ਼ਾਂ ਦੇ ਵਫਦ ਵੀ ਮੌਜੂਦ ਸਨ। ਗੱਲਬਾਤ ਮਗਰੋਂ ਦੋਹਾਂ ਦੇਸ਼ਾਂ ਵਿਚਾਲੇ 7 ਸਮਝੌਤਿਆਂ ਤੇ ਦਸਤਖਤ ਹੋਏ ਜੋ ਵਪਾਰ, ਵਣਜ, ਸਰਹੱਦ ਪਾਰ ਤੋਂ ਪੈਟਰੋਲੀਅਮ ਪਾਈਪਲਾਈਨ, ਸੰਗਠਿਤ ਜਾਂਚ ਚੌਕੀਆਂ ਦਾ ਵਿਕਾਸ, ਪਣ ਬਿਜਲੀ ਪ੍ਰੋਜੈਕਟ ਅਤੇ ਭੁਗਤਾਨ ਪ੍ਰਬੰਧ ਵਰਗੇ ਵਿਸ਼ਿਆਂ ਨਾਲ ਸੰਬੰਧਿਤ ਸਨ। ਦੋਹਾਂ ਪ੍ਰਧਾਨ ਮੰਤਰੀਆਂ ਨੇ ਸਾਂਝੇ ਤੌਰ ਤੇ ਭਾਰਤੀ ਰੇਲਵੇ ਦੀ ਕਾਰਗੋ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਸੇਵਾ ਬਥਨਾਹਾ ਤੋਂ ਨੇਪਾਲ ਕਸਟਮ ਯਾਰਡ ਨੂੰ ਜੋੜਦੀ ਹੈ। ਦੋਹਾਂ ਦੇਸ਼ਾਂ ਦੇ ਨੇਤਾਵਾਂ ਨੇ ਭਾਰਤ ਤੇ ਨੇਪਾਲ ਦੀਆਂ 2 ਸੰਗਠਿਤ ਜਾਂਚ ਚੌਕੀਆਂ ਦਾ ਵੀ ਉਦਘਾਟਨ ਕੀਤਾ। ਭਾਰਤ ਤੇ ਨੇਪਾਲ ਹੁਣ ਪੈਟਰੋਲੀਅਮ ਪਾਈਪਲਾਈਨ ਰਾਹੀਂ ਵੀ ਆਪਸ ਵਿੱਚ ਜੁੜ ਗਏ ਨੇ। ਦੋਵਾਂ ਨੇਤਾਵਾਂ ਨੇ ਸਾਂਝੇ ਤੌਰ ਤੇ ਦੋਹਾਂ ਦੇਸ਼ਾਂ ਵਿਚਾਲੇ ਮੋਤੀਹਾਰੀ ਅਮਲੇਖਗੰਜ ਤੇਲ ਪਾਈਪਲਾਈਨ ਦੇ ਫੇਸ 2 ਦਾ ਨੀਂਹ ਪੱਥਰ ਰੱਖਿਆ। ਮਗਰੋਂ ਦੋਹਾਂ ਪ੍ਰਧਾਨ ਮੰਤਰੀਆਂ ਨੇ ਇੱਕ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਪੁਰਾਣਾ ਵਾਕਿਆ ਯਾਦ ਕਰਦਿਆਂ ਕਿਹਾ ਕਿ ਉਸ ਸਮੇਂ ਉਨ੍ਹਾਂ ਭਾਰਤ ਨੇਪਾਲ ਸੰਬੰਧਾਂ ਲਈ ਇੱਕ ਹਿੱਟ ਫਾਰਮੂਲਾ ਦਿੱਤਾ ਸੀ ਅਤੇ ਹੁਣ ਰਿਸ਼ਤਿਆਂ ਨੂੰ ਸੁਪਰ ਹਿੱਟ ਬਣਾਉਣ ਦੀ ਵਾਰੀ ਹੈ। कार्यभार संभालने के 3 महीने के भीतर मैंने नेपाल की अपनी पहली यात्रा की थी। उस समय मैंने भारत नेपाल संबंधों के लिए एक हीट फॉर्मूला HIT दिया था। हाईवेज, आईवेज और ट्रांसवेज। मैंने कहा था कि भारत और नेपाल के बीच ऐसे संपर्क स्थापित करेंगे कि हमारे बॉर्डर्स, हमारे बीच बैरियर्स न बने। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪਿਛਲੇ 9 ਸਾਲਾਂ ਵਿੱਚ ਕਈ ਖੇਤਰਾਂ ਵਿੱਚ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਨੇ। ਨੇਪਾਲ ਦੇ ਪ੍ਰਧਾਨ ਮੰਤਰੀ ਪ੍ਰਚੰਡ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 9 ਸਾਲਾਂ ਦੇ ਕਾਰਜਕਾਲ ਦੀ ਸਫਲਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ। ਨੇਪਾਲ ਦੇ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨਾਲ ਵੀ ਮੁਲਾਕਾਤ ਕੀਤੀ। ਮਕਾਨ ਉਸਾਰੀ ਅਤੇ ਸ਼ਹਿਰੀ ਕਾਰਜਾਂ ਬਾਰੇ ਮੰਤਰੀ ਹਰਦੀਪ ਸਿੰਘ ਪੁਰੀ ਨੇ ਰੇਹੜੀ ਫੜੀ ਲਗਾਉਣ ਵਾਲਿਆਂ ਲਈ PM ਸਵੈਨਿਧੀ ਮੋਬਾਈਲ ਐਪ ਦੀ ਸ਼ੁਰੂਆਤ ਕੀਤੀ। ਇਸ ਨਾਲ ਕਰਜ਼ਾ ਅਰਜ਼ੀ ਪ੍ਰਕਿਰਿਆ ਨੂੰ ਆਸਾਨ ਬਣਾਇਆ ਜਾ ਸਕੇਗਾ ਅਤੇ ਉਨ੍ਹਾਂ ਨੂੰ ਯੋਜਨਾ ਬਾਰੇ ਵੱਖ-ਵੱਖ ਜਾਣਕਾਰੀਆਂ ਦਿੱਤੀਆਂ ਜਾ ਸਕਣਗੀਆਂ। ਹਰਦੀਪ ਪੁਰੀ ਨੇ ਪ੍ਰਧਾਨ ਮੰਤਰੀ ਰੇਹੜੀ ਫੜੀ ਵਿਕਰੇਤਾ ਆਤਮ ਨਿਰਭਰ ਨਿਧੀ PM ਸਵੈਨਿਧੀ ਯੋਜਨਾ ਦੇ 3 ਵਰ੍ਹੇ ਪੂਰੇ ਹੋਣ ਦੀ ਸ਼ਲਾਘਾ ਕੀਤੀ ਹੈ। ਨਵੀਂ ਦਿੱਲੀ ਵਿੱਚ ਇੱਕ ਪ੍ਰੋਗਰਾਮ ਦੌਰਾਨ ਹਰਦੀਪ ਪੁਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਵੈਨਿਧੀ ਯੋਜਨਾ ਸਰਕਾਰੀ ਯੋਜਨਾਵਾਂ ਵਿੱਚ ਸਭ ਤੋਂ ਤੇਜ਼ ਰਫ਼ਤਾਰ ਨਾਲ ਲਾਗੂ ਕੀਤੇ ਪ੍ਰੋਗਰਾਮਾਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸ਼ਹਿਰਾਂ ਅਤੇ ਕਸਬਿਆਂ ਵਿੱਚ ਵਿੱਤੀ ਸਮਾਵੇਸ਼ ਅਤੇ ਡਿਜੀਟਲ ਸਾਖਰਤਾ ਦੀ ਲਹਿਰ ਆਈ ਹੈ, ਜਿਸ ਨੇ ਰੇਹੜੀ ਫੜੀ ਵਾਲਿਆਂ ਵਿਕਰੇਤਾਵਾਂ ਨੂੰ ਮਾਣ ਤੇ ਸਥਿਰਤਾ ਪ੍ਰਦਾਨ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਦਾ ਮਕਸਦ ਇਨ੍ਹਾਂ ਵਿਕਰੇਤਾਵਾਂ ਵਿੱਚ ਸਵੈ ਰੁਜ਼ਗਾਰ, ਆਤਮ ਨਿਰਵਾਹ ਅਤੇ ਆਤਮ ਵਿਸ਼ਵਾਸ ਨੂੰ ਬਹਾਲ ਕਰਨਾ ਹੈ। ਇਸ ਯੋਜਨਾ ਨੇ ਕੋਵਿਡ ਤੋਂ ਪ੍ਰਭਾਵਿਤ ਵਿਕਰੇਤਾਵਾਂ ਨੂੰ ਆਪਣੀ ਰੋਜ਼ੀ ਰੋਟੀ ਫਿਰ ਤੋਂ ਸ਼ੁਰੂ ਕਰਨ ਦਾ ਮੌਕਾ ਦਿੱਤਾ।
ਕੇਂਦਰੀ ਸਿਹਤ ਮੰਤਰੀ ਡਾਕਟਰ ਮਨਸੁਖ ਮਾਂਡਵੀਆ ਨੇ ਕਿਹਾ ਕਿ ਕੇਂਦਰ ਸਰਕਾਰ ਦੇ 9 ਵਰ੍ਹੇ ਭਾਰਤ ਦੇ ਨਵ ਨਿਰਮਾਣ ਦੇ ਅਤੇ ਗਰੀਬ ਕਲਿਆਣ ਦੇ 9 ਵਰ੍ਹੇ ਰਹੇ ਨੇ। ਬਰਨਾਲਾ ਵਿੱਚ ਇੱਕ ਪੱਤਰਕਾਰ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਪੂਰੀ ਦੁਨੀਆ ਕਹਿ ਰਹੀ ਹੈ ਕਿ 21ਵੀਂ ਸਦੀ ਭਾਰਤ ਦੀ ਸਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ 9 ਸਾਲਾਂ ਵਿੱਚ ਪਾਲਿਸੀ ਪੈਰਾਲਿਸਿਸ ਤੋਂ ਡਿਸਾਈਸਿਵ ਪਾਲਿਸੀ ਅਤੇ ਅਰਥ ਵਿਵਸਥਾ ਵਿੱਚ ਫ੍ਰੇਜ਼ਾਈਲ 5 ਨੂੰ टॉप 5 ਦੀ यात्रा ਕੀਤੀ ਹੈ। उन्होंने कहा कि भारत ने एक पार्टी दे अपना परिवार अपना विकास की नीति नूं एक पासे करके सबका साथ सबका विकास की कहानी लिखी है। नेतृत्व में एनडीए सरकार को कल 31 मई 31 मई 2023 को 9 साल पूर्ण हुआ है। स्वाभाविक तौर पर आप लोग मीडिया के माध्यम से भी प्रधानमंत्री जी की कल की रैली में भी और उसके पहले कई मीडिया इंटरेक्शन में देश कैसे आगे बढ़ रहा है, देश कैसे बदल रहा है, नया भारत का निर्माण मोदी जी के नेतृत्व में कैसे हो रहा है, उससे आप परिचित हैं। ਕੇਂਦਰੀ ਮੰਤਰੀ ਨੇ ਦੱਸਿਆ ਕਿ ਪਾਰਟੀ ਵੱਲੋਂ ਲੋਕਾਂ ਨੂੰ ਸਰਕਾਰ ਦੀਆਂ ਨੀਤੀਆਂ ਤੋਂ ਜਾਣੂ ਕਰਵਾਉਣ ਲਈ ਸੇਵਾ, ਸੁਸ਼ਾਸਨ ਅਤੇ ਗਰੀਬ ਕਲਿਆਣ ਨੂੰ ਲੈ ਕੇ 500 ਤੋਂ ਵੱਧ ਲੋਕ ਸਭਾਵਾਂ ਅਤੇ 4000 ਤੋਂ ਵੱਧ ਵਿਧਾਨ ਸਭਾਵਾਂ ਵਿੱਚ ਜਨਤਕ ਰੈਲੀਆਂ ਕਰਵਾਈਆਂ ਜਾ ਰਹੀਆਂ ਨੇ। ਉਨ੍ਹਾਂ ਦੱਸਿਆ ਕਿ 600 ਥਾਵਾਂ ਤੇ ਪ੍ਰੈਸ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਨੇ ਅਤੇ ਇਨ੍ਹਾਂ ਸਾਰੇ ਪ੍ਰੋਗਰਾਮਾਂ ਵਿੱਚ 16 ਲੱਖ ਕਾਰਜਕਰਤਾ ਹਿੱਸਾ ਲੈ ਰਹੇ ਨੇ। आज हर डिपार्टमेंट का हेल्थ मिनिस्ट्री है, 25 साल में हमें हेल्थ सेक्टर में क्या क्या करना है, क्या इंफ्रास्ट्रक्चर डेवलप करना है, क्या सोशल सर्विस प्रोवाइड करनी है, कितने समय में करनी है, क्या क्या हमारे मेडिकल की कितनी सीटें बढ़ानी है, कितनी कॉलेज खोलनी है, क्या डिजिटल हेल्थ इंफ्रास्ट्रक्चर में करना है, सारे पर एक विजन डॉक्यूमेंट आज देश के पास है। ये रोड मैप तय हो गया है दोस्तों। पटरी हमने बना दी है, गाड़ी कोई भी चला सकते हैं। पटरी लग गई है, पटरी पर ट्रेन आती जाती रहेगी, सरकार आती जाती रहेगी, लेकिन देश का 2025 तक का विकास का रोड मैप बना के मोदी जी ने तैयार कर दिया है। ਕੇਂਦਰ ਸਰਕਾਰ ਨੂੰ ਮਈ ਮਹੀਨੇ ਵਿੱਚ ਜੀਐਸਟੀ ਤੋਂ 1.57 ਲੱਖ ਕਰੋੜ ਰੁਪਏ ਦੀ ਕਮਾਈ ਹੋਈ ਹੈ। ਪਿਛਲੇ ਮਹੀਨੇ ਜੀਐਸਟੀ ਰੈਵਨਿਊ ਕਲੈਕਸ਼ਨ 1,57,090 ਤੇ ਰਿਹਾ। ਸਾਲ ਦਰ ਸਾਲ 12% ਦਾ ਵਾਧਾ ਦਰਜ ਕੀਤਾ ਗਿਆ। ਹਾਲਾਂਕਿ ਇਹ ਅਪ੍ਰੈਲ 2023 ਤੋਂ ਘੱਟ ਹੈ, ਜਦੋਂ ਜੀਐਸਟੀ ਰੈਵਨਿਊ 1.67 ਲੱਖ ਕਰੋੜ ਰੁਪਏ ਤੇ ਰਿਹਾ ਸੀ। ਅਜਿਹਾ ਲਗਾਤਾਰ 14 ਮਹੀਨਿਆਂ ਤੋਂ ਹੋ ਰਿਹਾ ਹੈ, ਜਦੋਂ ਮਹੀਨੇ ਵਿੱਚ ਜੀਐਸਟੀ ਰੈਵਨਿਊ 1.4 ਲੱਖ ਕਰੋੜ ਰੁਪਏ ਤੋਂ ਵੱਧ ਦਰਜ ਹੋ ਰਿਹਾ ਹੈ। ਉੱਥੇ ਹੀ ਜੀਐਸਟੀ ਲਾਗੂ ਹੋਣ ਤੋਂ ਬਾਅਦ ਲਗਾਤਾਰ ਇਹ 5ਵਾਂ ਸਾਲ ਹੈ ਜਦੋਂ ਕਲੈਕਸ਼ਨ 1.5 ਲੱਖ ਕਰੋੜ ਤੋਂ ਉੱਪਰ ਰਿਹਾ ਹੈ। ਮਈ 2022 ਵਿੱਚ ਜੀਐਸਟੀ ਕਲੈਕਸ਼ਨ 1.41 ਲੱਖ ਕਰੋੜ ਰੁਪਏ ਰਿਹਾ ਸੀ। ਅਸਲ ਵਿੱਚ ਜਦੋਂ ਤੋਂ ਦੇਸ਼ ਵਿੱਚ ਜੀਐਸਟੀ ਲਾਗੂ ਹੋਇਆ ਹੈ ਤੇ 1.5 ਲੱਖ ਕਰੋੜ ਰੁਪਏ ਦਾ ਵੱਧਦਾ ਜੀਐਸਟੀ ਕਲੈਕਸ਼ਨ ਦਾ ਇਹ 5ਵਾਂ ਮੌਕਾ ਹੈ। ਭਾਰਤੀ ਹਵਾਈ ਸੈਨਾ ਦੇ 4 ਰਾਫੇਲ ਲੜਾਕੂ ਜਹਾਜ਼ਾਂ ਨੇ ਹਿੰਦ ਮਹਾਸਾਗਰ ਖੇਤਰ ਵਿੱਚ ਕੀਤੇ ਗਏ ਅਭਿਆਸ ਦੌਰਾਨ ਲੰਬੀ ਦੂਰੀ ਤੱਕ ਮਾਰ ਕਰਨ ਦੀ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ। ਕੁਝ ਦਿਨ ਪਹਿਲਾਂ ਕੀਤੇ ਗਏ ਇਸ ਅਭਿਆਸ ਦੀ ਜਾਣਕਾਰੀ ਭਾਰਤੀ ਹਵਾਈ ਸੈਨਾ ਨੇ ਬੀਤੇ ਦਿਨ ਦਿੱਤੀ। ਇਸ ਨੂੰ ਹਿੰਦ ਮਹਾਸਾਗਰ ਖੇਤਰ ਵਿੱਚ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ, ਕਿਉਂਕਿ ਇਸ ਖੇਤਰ ਵਿੱਚ ਭਾਰਤ ਆਪਣੇ ਗੁਆਂਢੀ ਦੇਸ਼ਾਂ ਨਾਲ ਸਮੁੰਦਰੀ ਸਰਹੱਦਾਂ ਨੂੰ ਸਾਂਝਾ ਕਰਦਾ ਹੈ। ਭਾਰਤ ਦੇ ਰਾਸ਼ਟਰੀ ਅਤੇ ਆਰਥਿਕ ਹਿੱਤ ਹਿੰਦ ਮਹਾਸਾਗਰ ਖੇਤਰ ਨਾਲ ਡੂੰਘੇ ਜੁੜੇ ਹੋਏ ਨੇ। ਹਿੰਦ ਮਹਾਸਾਗਰ ਖੇਤਰ ਵਿੱਚ ਭਾਰਤ ਸਾਰੇ ਦੇਸ਼ਾਂ ਦੀ ਸੁਰੱਖਿਆ ਅਤੇ ਵਿਕਾਸ ਦੀ ਨੀਤੀ ਤੇ ਚੱਲਦਾ ਹੈ। 6 ਘੰਟੇ ਤੱਕ ਚੱਲਣ ਵਾਲੇ ਅਭਿਆਸ ਦੌਰਾਨ ਰਾਫੇਲ ਜਹਾਜ਼ਾਂ ਨੇ ਹਵਾ ਵਿੱਚ ਤੇਲ ਭਰਨ ਦੀ ਸਮਰੱਥਾ ਦਾ ਵੀ ਪ੍ਰਦਰਸ਼ਨ ਕੀਤਾ। ਭਾਰਤੀ ਹਵਾਈ ਸੈਨਾ ਵਿੱਚ ਰਾਫੇਲ ਜਹਾਜ਼ 2020 ਵਿੱਚ ਸ਼ਾਮਲ ਕੀਤੇ ਗਏ ਸਨ। ਇਹ ਜਹਾਜ਼ ਹਵਾ ਤੋਂ ਹਵਾ ਤੱਕ ਅਤੇ ਹਵਾ ਤੋਂ ਜ਼ਮੀਨ ਤੱਕ ਲੰਬੀ ਦੂਰੀ ਤੱਕ ਮਾਰ ਕਰਨ ਵਾਲੇ ਮਿਜ਼ਾਈਲਾਂ ਅਤੇ ਨਵੀਨਤਮ ਰਾਡਾਰ ਪ੍ਰਣਾਲੀ ਨਾਲ ਲੈਸ ਨੇ। ਰਾਫੇਲ ਜਹਾਜ਼ਾਂ ਨਾਲ ਭਾਰਤੀ ਉਪ ਮਹਾਦਵੀਪ ਵਿੱਚ ਭਾਰਤ ਦੀ ਹਵਾਈ ਸੈਨਾ ਸਮਰੱਥਾ ਵਿੱਚ ਵੱਡਾ ਵਾਧਾ ਹੋਇਆ ਹੈ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੀ ਪ੍ਰਧਾਨਗੀ ਤਹਿਤ ਕੱਲ੍ਹ ਪੰਜਾਬ ਯੂਨੀਵਰਸਿਟੀ ਦੀ ਗ੍ਰਾਂਟ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵਿਚਾਲੇ ਇੱਕ ਮੀਟਿੰਗ ਹੋਈ। ਇਸ ਵਿੱਚ ਦੋਨਾਂ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਯੂਨੀਵਰਸਿਟੀ ਨੂੰ ਮਿਲਣ ਵਾਲੀ ਗ੍ਰਾਂਟ ਬਾਰੇ ਵਿਚਾਰ ਵਟਾਂਦਰਾ ਕੀਤਾ। ਹੁਣ ਅਗਲੀ ਮੀਟਿੰਗ 5 ਜੂਨ ਨੂੰ ਹੋਵੇਗੀ।
ਪੰਜਾਬ ਸਰਕਾਰ ਔਰਤਾਂ ਨੂੰ ਬਣਦਾ ਦਰਜਾ ਤੇ ਸਨਮਾਨ ਦੇਣ ਲਈ ਵਚਨਬੱਧ ਹੈ। ਇਸੇ ਮੰਤਵ ਨਾਲ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਅਤੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਚੰਡੀਗੜ੍ਹ ਦੀ ਪ੍ਰੈਸ ਕਲੱਬ ਵਿੱਚ ਰਾਸ਼ਟਰੀ ਮਹਿਲਾ ਪੱਤਰਕਾਰ ਸੰਮੇਲਨ ਵਿੱਚ ਸ਼ਿਰਕਤ ਕੀਤੀ। ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਲੋਕ ਸੰਪਰਕ ਮੰਤਰੀ ਨੇ ਕਿਹਾ ਕਿ ਸਮਾਜ ਔਰਤਾਂ ਬਿਨਾਂ ਅਧੂਰਾ ਹੈ। ਇਸ ਸਮਾਗਮ ਦਾ ਉਦੇਸ਼ ਮੌਜੂਦਾ ਸਮੇਂ ਵਿੱਚ ਪੱਤਰਕਾਰੀ ਖੇਤਰਾਂ ਵਿੱਚ ਸਫਲਤਾਪੂਰਵਕ ਪ੍ਰਾਪਤੀਆਂ ਕਰਨ ਵਾਲੀਆਂ ਔਰਤਾਂ ਵਿੱਚ ਹਿੰਮਤ ਅਤੇ ਉਤਸ਼ਾਹ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਮਹਿਲਾ ਪੱਤਰਕਾਰਾਂ ਲਈ ਰਾਜ ਪੱਧਰੀ ਸਮਾਗਮ ਅਗਲੇ ਸਾਲ ਪਟਿਆਲਾ ਵਿੱਚ ਕਰਵਾਇਆ ਜਾਵੇਗਾ। ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਅੱਜ ਦਾ ਯੁੱਗ ਔਰਤਾਂ ਲਈ ਚੌਪੱਖੀ ਵਿਕਾਸ ਕਰਨ ਦਾ ਮੌਕਾ ਹੈ। ਉਨ੍ਹਾਂ ਮਹਿਲਾ ਪੱਤਰਕਾਰਾਂ ਨੂੰ ਹਿੰਮਤ ਦਿੰਦਿਆਂ ਕਿਹਾ ਕਿ ਔਰਤਾਂ ਹਰ ਤਰ੍ਹਾਂ ਦਾ ਹੁਨਰ ਹੈ। ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਜਨਧਨ ਤੋਂ ਜਨ ਸੁਰੱਖਿਆ ਪ੍ਰੋਗਰਾਮ ਅਧੀਨ ਸਕੀਮਾਂ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਪਟਿਆਲਾ ਵਿੱਚ ਇੱਕ ਸਮਾਗਮ ਕਰਵਾਇਆ ਗਿਆ। ਬੈਂਕ ਦੇ ਕਾਰਜਕਾਰੀ ਡਾਇਰੈਕਟਰ ਡਾਕਟਰ ਰਾਮ ਜਸ ਯਾਦਵ ਨੇ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ, ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਅਟਲ ਪੈਨਸ਼ਨ ਯੋਜਨਾ ਅਤੇ ਹੋਰਨਾਂ ਬਚਤ ਯੋਜਨਾਵਾਂ ਬਾਰੇ ਬੈਂਕ ਦੇ ਗ੍ਰਾਹਕਾਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਮੁੱਖ ਮਕਸਦ ਸਮਾਜਿਕ ਸੁਰੱਖਿਆ ਅਤੇ ਹੇਠਲੀ ਪੱਧਰ ਤੇ ਲੋਕਾਂ ਦਾ ਵਿਕਾਸ ਕਰਨਾ ਹੈ। ਬੈਂਕ ਦੇ ਹੋਰ ਅਧਿਕਾਰੀਆਂ ਵੱਲੋਂ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਅਤੇ ਅਟਲ ਪੈਨਸ਼ਨ ਯੋਜਨਾ ਬਾਰੇ ਵੀ ਲੋਕਾਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ गई। इसके लिए बहुत योजनाएं लाते हैं। जैसे आज का मुख्य अभियान है वो जन सुरक्षा का है, जिसमें हम प्रधानमंत्री जीवन ज्योति योजना और प्रधानमंत्री सुरक्षा योजना के बारे में बताए हैं। और बड़ी खुशी है कि यहाँ पर 32-35 हज़ार के आसपास हम लोगों को कवर किए पाए। इस मौके ਵੱਖ-ਵੱਖ ਸਕੀਮਾਂ ਦੇ ਲਾਭਪਾਤਰੀਆਂ ਨੇ ਦੂਰਦਰਸ਼ਨ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ। ਮਤਲਬ ਕਿ ਬੱਚਾ ਸੀਗਾ ਉਹ ਮਤਲਬ ਕਿ ਡੈਥ ਹੋ ਗਈ ਸੀਗੀ ਤੇ ਉਹਨਾਂ ਨੂੰ ਮੋਦੀ ਪਰਿਯੋਜਨਾ ਦੇ ਵਿੱਚ ਉਹਨਾਂ ਨੇ ਕੋਈ ਸਕੀਮ ਚਲਾਈ ਸੀ। ਉਹਨਾਂ ਦੇ ਅਗੇਂਸਟ ਮੈਂ ਇਹ ਕੇਸ ਮੈਡਮ ਜਸਲੀਨ ਕੌਰ ਨੇ ਹੈਂਡਲ ਕੀਤਾ ਜੀ ਤੇ ਉਹਨਾਂ ਨੇ ਬੜਾ ਅੱਛਾ ਕੋਆਪਰੇਟ ਕੀਤਾ ਔਰ ਸਾਨੂੰ ਵਿਦਨ 10 ਡੇ ਦੇ ਵਿੱਚ ਪੇਮੈਂਟ ਕਰਵਾਤੀ। ਵਿਰੋਧੀ ਹੰਗਾਮਾ ਕਰ ਰਹੇ ਪਹਿਲਵਾਨਾਂ ਦੇ ਅੜੀਅਲ ਅਤੇ ਮਨਮਾਨੇ ਵਤੀਰੇ ਤੇ ਸਾਰੇ ਪਾਸਿਓਂ ਸਵਾਲ ਖੜੇ ਕੀਤੇ ਜਾ ਰਹੇ ਨੇ ਅਤੇ ਇਹਨਾਂ ਦੇ ਇਸ ਹੰਗਾਮੇ ਕਾਰਨ ਭਾਰਤੀ ਕੁਸ਼ਤੀ ਹੀ ਨਹੀਂ ਬਲਕਿ ਨੌਜਵਾਨ ਪਹਿਲਵਾਨਾਂ ਦੇ ਭਵਿੱਖ ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਇੱਕ ਰਿਪੋਰਟ। ਪਿਛਲੇ ਕੁਝ ਦਿਨਾਂ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਪਹਿਲਵਾਨ ਸਰਕਾਰ ਵੱਲੋਂ ਉਹਨਾਂ ਦੀਆਂ ਤਕਰੀਬਨ ਸਾਰੀਆਂ ਮੰਗਾਂ ਮੰਨੇ ਜਾਣ ਤੋਂ ਬਾਅਦ ਵੀ ਮੰਨਣ ਨੂੰ ਤਿਆਰ ਨਹੀਂ ਦਿਖ ਰਹੇ। ਵਿਰੋਧ ਜਾਰੀ ਰੱਖਣ ਲਈ ਇਹਨਾਂ ਪਹਿਲਵਾਨਾਂ ਦੀਆਂ ਮੰਗਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ। ਇਸ ਲਗਾਤਾਰ ਹੰਗਾਮੇ ਦਾ ਨੁਕਸਾਨ ਕੁਸ਼ਤੀ ਨੂੰ ਵੀ ਉਠਾਉਣਾ ਪਿਆ। ਹੰਗਾਮੇ ਕਾਰਨ ਕਈ ਸਿਖਲਾਈ ਕੈਂਪ ਦੇਰੀ ਦਾ ਸ਼ਿਕਾਰ ਹੋਏ। ਇਸ ਦੀ ਸਭ ਤੋਂ ਵੱਡੀ ਮਾਰ ਉਹਨਾਂ ਨੌਜਵਾਨ ਪਹਿਲਵਾਨਾਂ ਤੇ ਪੈ ਰਹੀ ਹੈ ਜਿਨ੍ਹਾਂ ਦਾ ਭਵਿੱਖ ਦਾਅ ਤੇ ਲੱਗਿਆ ਹੋਇਆ ਹੈ। ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਦੇਸ਼ ਦਾ ਨਾਂ ਰੌਸ਼ਨ ਕਰਨ ਲਈ ਜੀ ਜਾਨ ਨਾਲ ਜੁਟੇ ਇਹ ਨੌਜਵਾਨ ਪਹਿਲਵਾਨ ਇਸ ਹੰਗਾਮੇ ਅਤੇ ਵਿਰੋਧ ਕਾਰਨ ਆਪਣਾ ਕੀਮਤੀ ਸਮਾਂ ਗਵਾਉਣ ਲਈ ਮਜਬੂਰ ਹੋ ਰਹੇ ਨੇ। ये जो धरना हो रहा था, इस धरने की वजह से हमारे बच्चों को बहुत नुकसान हुआ है। इसकी वजह से बहुत सारे नेशनल्स नहीं हो पाए हैं और कई इंटरनेशनल भी नहीं जा पाए हैं बच्चे। और जो हमारी सरकार है वो हमेशा हमें सपोर्ट करती है। जो ये रेसलर्स प्रोटेस्ट कर रहे हैं इसके बारे में ये कहना चाहती हूँ कि इससे हमारी रेसलिंग को और हम जैसे बच्चों को काफ़ी नुकसान हो रहा है। हमने जो मेहनत की थी और जो हम लोगों ने वेट अपना कंट्रोल किया था वो हमारा सब वेस्ट हो गया। इस कारण विरोध कर रहे ਪਹਿਲਵਾਨਾਂ ਦੇ ਰਵੱਈਏ ਤੇ ਲਗਾਤਾਰ ਸਵਾਲ ਉੱਠ ਰਹੇ ਨੇ, ਜਦੋਂ ਕਿ ਪਹਿਲਵਾਨਾਂ ਦੀ ਹਰ ਗੱਲ ਨੂੰ ਸਰਕਾਰ ਨੇ ਪਹਿਲੇ ਦਿਨ ਤੋਂ ਹੀ ਗੰਭੀਰਤਾ ਨਾਲ ਸੁਣਿਆ ਅਤੇ ਤੁਰੰਤ ਕਦਮ ਵੀ ਚੁੱਕੇ। ਇਸ ਤੋਂ ਬਾਅਦ ਵੀ ਪਹਿਲਵਾਨਾਂ ਦਾ ਵਿਰੋਧ ਖਤਮ ਨਹੀਂ ਹੋਇਆ ਤਾਂ ਕੇਂਦਰੀ ਯੁਵਾ ਅਤੇ ਖੇਡਾਂ ਬਾਰੇ ਮੰਤਰੀ ਅਨੁਰਾਗ ਠਾਕੁਰ ਨੇ ਪਹਿਲਵਾਨਾਂ ਨਾਲ ਦੇਰ ਰਾਤ ਤੱਕ 4 ਘੰਟੇ ਲਗਾਤਾਰ ਗੱਲਬਾਤ ਕੀਤੀ। ਪਹਿਲਵਾਨਾਂ ਨੇ ਖੇਡ ਮੰਤਰੀ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਲਈ ਇੱਕ ਆਜ਼ਾਦ ਕਮੇਟੀ ਦਾ ਗਠਨ ਕੀਤਾ ਜਾਵੇ। ਸਰਕਾਰ ਨੇ ਮੁੱਕੇਬਾਜ਼ MC ਮੈਰੀਕਾਮ ਦੀ ਪ੍ਰਧਾਨਗੀ ਹੇਠ ਆਜ਼ਾਦ ਜਾਂਚ ਕਮੇਟੀ ਬਣਾਈ। ਪਹਿਲਵਾਨਾਂ ਨੇ ਇੱਕ ਹੋਰ ਮੰਗ ਰੱਖਦਿਆਂ ਭਾਰਤੀ ਕੁਸ਼ਤੀ ਸੰਘ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਹਟਾਉਣ ਦੀ ਮੰਗ ਕੀਤੀ। ਕੇਂਦਰੀ ਖੇਡ ਮੰਤਰੀ ਨੇ ਇਸ ਨੂੰ ਵੀ ਮਨਜ਼ੂਰ ਕਰ ਲਿਆ ਅਤੇ ਉਹਨਾਂ ਨੂੰ ਕੁਸ਼ਤੀ ਸੰਘ ਦੇ ਕੰਮਕਾਜ ਤੋਂ ਵੱਖ ਕਰ ਦਿੱਤਾ ਗਿਆ। ਸ਼ੁਰੂ ਵਿੱਚ ਪਹਿਲਵਾਨਾਂ ਨੇ ਸੰਤੋਸ਼ ਪ੍ਰਗਟ ਕਰਦਿਆਂ ਪ੍ਰਦਰਸ਼ਨ ਖਤਮ ਕਰਨ ਦਾ ਐਲਾਨ ਕੀਤਾ, ਪਰ ਕੁਝ ਹੀ ਦਿਨਾਂ ਵਿੱਚ ਫਿਰ ਯੂ ਟਰਨ ਲੈ ਲਿਆ। ਇਸ ਦੌਰਾਨ ਵਿਰੋਧ ਕਰ ਰਹੇ ਪਹਿਲਵਾਨ ਪ੍ਰਮੁੱਖ ਮੁਕਾਬਲਿਆਂ ਵਿੱਚ ਸ਼ਾਮਿਲ ਹੀ ਨਹੀਂ ਹੋਏ। ਇਹਨਾਂ ਦੇ ਇਸ ਹੰਗਾਮੇ ਕਾਰਨ ਭਾਰਤੀ ਕੁਸ਼ਤੀ ਹੀ ਨਹੀਂ ਬਲਕਿ ਨੌਜਵਾਨ ਪਹਿਲਵਾਨਾਂ ਦਾ ਭਵਿੱਖ ਵੀ ਖਤਰੇ ਵਿੱਚ ਪੈ ਰਿਹਾ ਹੈ। ਬਿਊਰੋ ਰਿਪੋਰਟ, DD ਨਿਊਜ਼।
ਭਾਰਤ ਦੀ ਜੂਨੀਅਰ ਪੁਰਸ਼ ਹਾਕੀ ਟੀਮ ਨੇ ਬੀਤੇ ਦਿਨ ਓਮਾਨ ਦੇ ਸਲਾਹਲਾ ਵਿੱਚ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ ਪਾਕਿਸਤਾਨ ਨੂੰ 2-1 ਨਾਲ ਹਰਾ ਕੇ ਏਸ਼ੀਆ ਕੱਪ ਚੈਂਪੀਅਨਸ਼ਿਪ ਬਣ ਕੇ ਆਪਣੀ ਮਹਾਂਦਵੀਪੀ ਸਰਦਾਰੀ ਕਾਇਮ ਰੱਖੀ ਹੈ। ਭਾਰਤ ਲਈ ਅੰਗਦ ਬੀਰ ਸਿੰਘ ਨੇ 13ਵੇਂ ਮਿੰਟ ਅਤੇ ਰਾਜਜੀਤ ਸਿੰਘ ਹੁੰਦਲ ਨੇ 20ਵੇਂ ਮਿੰਟ ਵਿੱਚ ਜੇਤੂ ਗੋਲ ਦਾਗੇ, ਜਦਕਿ ਪਾਕਿਸਤਾਨ ਲਈ ਅਬਦੁਲ ਬਸ਼ਾਰਤ ਨੇ 37ਵੇਂ ਮਿੰਟ ਵਿੱਚ ਗੋਲ ਕੀਤਾ। ਭਾਰਤ ਦਾ ਇਹ ਚੌਥਾ ਖਿਤਾਬ ਹੈ। ਇਸ ਤੋਂ ਪਹਿਲਾਂ ਭਾਰਤ 2004, 2008 ਅਤੇ 2015 ਵਿੱਚ ਟੂਰਨਾਮੈਂਟ ਜਿੱਤ ਚੁੱਕਿਆ ਹੈ। ਲਖਨਊ ਦੇ ਗੁਰੂ ਗੋਬਿੰਦ ਸਿੰਘ ਸਪੋਰਟਸ ਸਟੇਡੀਅਮ ਵਿੱਚ ਤੀਜੀ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਦੇ ਮੁਕਾਬਲਿਆਂ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਥਲੀਟ ਹਰਨੂਰ ਸਿੰਘ ਸੰਧੂ ਨੇ 49.35 ਮੀਟਰ ਨਾਲ ਡਿਸਕਸ ਥਰੋ ਦੇ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਪੰਜਾਬ ਦੀ LPU ਦੇ ਖਿਡਾਰੀਆਂ ਨੇ ਹੁਣ ਤੱਕ ਖੇਲੋ ਇੰਡੀਆ ਖੇਡਾਂ 'ਚ 11 ਤਗਮੇ ਜਿੱਤੇ ਨੇ। ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕ RNU DDK ਜਲੰਧਰ ਦੇ YouTube ਚੈਨਲ, Facebook ਪੇਜ ਤੇ Twitter ਹੈਂਡਲ ਤੇ ਵੀ ਦੇਖ ਸਕਦੇ ਨੇ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੋਇਆ। ਦਿਓ ਆਗਿਆ। ਨਮਸਕਾਰ।